ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਰਣਬੀਰ ਸਿੰਘ ਰਾਣਾ। ਗੁਰਨਾਮ ਸਿੰਘ ਚੜੂਨੀ ਹੋਰਾਂ ਨੂੰ ਸਸਪੈਂਡ ਕੀਤਾ ਗਿਆ ਪਰ ਹੁਣ ਮੁੜ ਤੋਂ ਬਹਾਲ ਕਰ ਦਿੱਤਾ ਗਿਆ ਤੇ ਉਹ ਸੰਯੁਕਤ ਮੋਰਚੇ ਦੇ ਨਾਲ ਨੇ। ਤਾਂ ਇਸ ਵੇਲੇ ਜਗਜੀਤ ਸਿੰਘ ਡੱਲੇਵਾਲ ਸਾਡੇ ਨਾਲ ਨੇ। ਡੱਲੇਵਾਲ ਸਾਹਿਬ, ਕੀ ਹੋਇਆ ਕਿ ਪਹਿਲਾਂ ਸਸਪੈਂਡ ਕਰਨਾ ਪਿਆ ਫਿਰ ਬਹਾਲ ਵੀ ਕੀਤਾ, ਕਿ ਪਹਿਲਾਂ ਕਿਸੇ ਜਾਂ ਹੁਣ ਜਲਦਬਾਜ਼ੀ ਹੈ? ਨਹੀਂ, ਨਾ ਤਾਂ ਪਹਿਲਾਂ ਜਲਦਬਾਜ਼ੀ ਸੀ ਤੇ ਨਾ ਕੋਈ ਹੁਣ ਜਲਦਬਾਜ਼ੀ ਵਾਲੀ ਗੱਲ ਆ। ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈ। ਇਸ ਵੇਲੇ ਅੰਦੋਲਨ ਦੇ ਵਡੇਰੇ ਹਿੱਤਾਂ ਨੂੰ ਧਿਆਨ 'ਚ ਵੀ ਰੱਖਣਾ ਪੈਣਾ ਸੀ ਸਾਨੂੰ, ਉਹਨੂੰ ਰੱਖ ਕੇ ਵੀ ਚੱਲ ਰਹੇ ਹਾਂ। ਔਰ ਜਿਹੜਾ ਉਸ ਵੇਲੇ ਪ੍ਰੋਗਰਾਮ ਹੋਇਆ ਸੀ ਉਹ ਵੀ ਇੱਕ ਅੰਦੋਲਨ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਹੀ ਫੈਸਲਾ ਲਿਆ ਗਿਆ ਸੀ ਕਿ ਸਾਡਾ ਅੰਦੋਲਨ ਸ਼ੁਰੂ ਹੋਇਆ ਜਦੋਂ, ਉਦੋਂ ਅਸੀਂ ਪੂਰੀ ਤਰ੍ਹਾਂ ਸਟ੍ਰਿਕਟਲੀ ਇਹ ਫੈਸਲਾ ਸੀ ਸਾਡਾ ਕਿ ਪੋਲੀਟੀਕਲ ਲੋਕਾਂ ਨੂੰ ਇਹਦੇ ਵਿੱਚ ਮਤਲਬ ਇੰਟਰਫੇਅਰ ਨਹੀਂ ਕਰਨ ਦਿਆਂਗੇ। ਜਿਹੜਾ ਉਹ ਮੀਟਿੰਗ ਦੇ ਵਿੱਚ ਗਏ ਔਰ ਰਾਜਨੀਤਿਕ ਲੋਕਾਂ ਦੀ ਮੀਟਿੰਗ ਦੇ ਵਿੱਚ ਗਏ ਔਰ ਖੁਦ ਚਿੱਠੀ ਲਿਖ ਕੇ ਉਹਨਾਂ ਨੂੰ ਉਹਦੇ ਵਿੱਚ ਉਹਨਾਂ ਨੇ ਸੱਦਣ ਦਾ ਯਤਨ ਕੀਤਾ। ਇਨਵੀਟੇਸ਼ਨ ਹੀ ਮਤਲਬ ਚੰਨੂਨੀ ਸਾਹਿਬ ਵੱਲੋਂ ਗਈ ਤਾਂ ਉਹਦੇ 'ਚ ਇੱਕ ਗੱਲ ਇਹ ਆਈ ਨਿਕਲ ਕੇ ਕਿ ਮਤਲਬ ਰਾਜਨੀਤੀ ਵੱਲ ਨੂੰ ਮਤਲਬ ਜਾ ਰਿਹਾ ਸਾਡਾ ਗੱਲ। ਔਰ ਉਹਦੇ 'ਚ ਕਿਹਾ ਵੀ ਇਹ ਗਿਆ ਸੀਗਾ ਕਿ ਅੰਦੋਲਨ ਅਸੀਂ ਇੱਥੋਂ ਤੱਕ ਕਾਰਵਾਂ ਲੈ ਆਏ ਹਾਂ ਤੇ ਹੁਣ ਤੁਸੀਂ ਇੱਥੇ ਆਓ। ਤਾਂ ਇਹਦਾ ਮਤਲਬ ਇਹ ਸੀਗਾ ਕਿ ਸਿੱਧਾ ਇਹਨੂੰ ਅੰਦੋਲਨ ਦੇ ਵਿੱਚ ਇਨਵੋਲਵ ਕਰਾਉਣ ਦੀ ਗੱਲ ਸੀ ਲੱਗੀ ਸੀ ਸਾਨੂੰ। ਔਰ ਉਹਨਾਂ ਨੇ ਜਦੋਂ ਫਿਰ ਸਪਸ਼ਟ ਕੀਤੀ ਆ ਗੱਲ ਕਿ ਉਸ ਵੇਲੇ ਲੱਗਿਆ ਸਾਰਿਆਂ ਨੂੰ ਕਿ ਇਹਨੂੰ ਮਤਲਬ ਸਸਪੈਂਡ ਕਰਨਾ ਹੀ ਮਤਲਬ ਇਸ ਤੋਂ ਬਗੈਰ ਹੋਰ ਕੋਈ ਹੱਲ ਨਹੀਂ। ਡੱਲੇਵਾਲ ਸਾਹਿਬ, ਉਹਨਾਂ ਨਾਲ ਗੱਲਬਾਤ ਵੀ ਹੋਈ ਹੈ, ਤੁਸੀਂ ਵੀ ਸੁਣਿਆ ਹੋਣਾ। ਉਹ ਕਹਿੰਦੇ ਮੈਨੂੰ ਤਾਂ ਬਿਨਾਂ ਪੁੱਛੇ ਤੇ ਹੀ ਮਤਲਬ ਉਹਨਾਂ ਦਾ ਪੱਖ ਹੀ ਨਹੀਂ ਜਾਣਿਆ ਗਿਆ, ਪੱਖ ਜਾਣੇ ਤੋਂ ਬਿਨਾਂ ਹੀ ਤੁਸੀਂ ਉਹਨਾਂ ਨੂੰ ਸਸਪੈਂਡ ਕਰ। ਮੈਂ ਬੇਨਤੀ ਕਰਾਂ ਕਿ ਨਹੀਂ, ਸਾਨੂੰ ਮਤਲਬ ਪ੍ਰੈਸ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਇਹਨੂੰ ਜ਼ਿਆਦਾ ਮਤਲਬ ਕੰਟਰੋਵਰਸੀ ਜ਼ਿਆਦਾ ਨਹੀਂ ਕਰ ਰਹੇ, ਅਸੀਂ ਤਾਂ ਪੁੱਛ ਰਹੇ ਹਾਂ ਤੁਹਾਨੂੰ। ਜ਼ਿਆਦਾ ਕੰਟਰੋਵਰਸੀ 'ਚ ਪੈਂਦੀ ਹੈ ਗੱਲ ਜਦੋਂ ਫਿਰ ਕਈ ਵਾਰੀ ਸਵਾਲਾਂ ਦੇ ਜਵਾਬ ਆਉਣੇ ਸ਼ੁਰੂ ਹੁੰਦੇ ਨੇ। ਸਾਡੀ 30 ਜਥੇਬੰਦੀਆਂ ਦੀ ਮੀਟਿੰਗ ਹੋਈ। ਅਸੀਂ ਮੀਟਿੰਗ ਦੇ ਵਿੱਚ ਬਾਕਾਇਦਾ ਮੈਂ ਆਪਦੇ ਟੈਲੀਫੋਨ ਤੋਂ ਫੋਨ ਕਰਕੇ ਗੁਰਨਾਮ ਸਿੰਘ ਨੂੰ ਸੱਦਿਆ ਸੀ ਕਿ ਤੁਸੀਂ ਆਓ, ਆਪਾਂ ਇੱਥੇ ਬੈਠ ਕੇ ਵਿਚਾਰ ਕਰਦੇ ਹਾਂ। ਔਰ ਉੱਥੇ ਬੈਠ ਕੇ ਉਹਨਾਂ ਨੂੰ ਗੱਲ ਸਮਝਾਉਣ ਦਾ ਯਤਨ ਵੀ ਕੀਤਾ ਕਿ ਗੁਰਨਾਮ ਸਿੰਘ ਤੁਸੀਂ ਕੀ ਕਰ ਰਹੇ ਹੋ, ਮੈਨੂੰ ਲੱਗਦਾ ਵੀ ਤੁਸੀਂ ਗਲਤ ਕਰ ਰਹੇ ਹੋ। ਤੇ ਚਲੋ ਉਹਨਾਂ ਨੂੰ ਉਸ ਵੇਲੇ ਗੱਲ ਠੀਕ ਨਹੀਂ ਲੱਗੀ ਕਿ ਉਹਨਾਂ ਨੂੰ ਰੋਕਣ ਦਾ ਕੋਈ ਯਤਨ ਦਾ ਅਸੀਂ ਕੀਤਾ, ਪਰ ਮੈਨੂੰ ਐ ਲੱਗਾ ਵੀ ਉਹਨੂੰ ਐ ਲੱਗਿਆ ਵੀ ਮੈਨੂੰ ਸੰਯੁਕਤ ਕਿਸਾਨ ਮੋਰਚਾ ਰੋਕੇ ਤਾਂ ਰੋਕੇ, ਮੈਨੂੰ ਇਹ ਪੰਜਾਬ ਵਾਲੇ ਕਿਉਂ ਰੋਕਦੇ ਨੇ। ਸ਼ਾਇਦ ਇਉਂ ਲੱਗਿਆ ਹੋਵੇ ਕਿ ਮੇਰਾ ਇਹਨਾਂ ਨਾਲ ਕੋਈ ਸੰਬੰਧ ਨਹੀਂ ਹੈ, ਮੇਰੀ ਆਪਦਾ ਮਤਲਬ ਸਟੇਟ ਦਾ ਮਸਲਾ ਹੈ ਜਾਂ ਸੰਯੁਕਤ ਕਿਸਾਨ ਮੋਰਚੇ ਦਾ ਮੁੱਦਾ ਹੈ, ਇਹਦੇ 'ਚ ਇਹਨਾਂ ਨੂੰ ਨਹੀਂ ਰੋਕਣਾ ਚਾਹੀਦਾ। ਜਾਂ ਤਾਂ ਉਹਨਾਂ ਨੂੰ ਇਹੋ ਜਿਹੀ ਗੱਲ ਲੱਗੀ ਹੋਣੀ ਹੈ, ਕੀ ਕਾਰਨ ਲੱਗਿਆ ਇਹ ਉਹ ਦੱਸ ਸਕਦੇ ਨੇ। ਲੇਕਿਨ ਉਹਨੂੰ ਰੋਕਣ ਦੇ ਬਾਵਜੂਦ ਵੀ ਉਹਨਾਂ ਨੇ ਉਹ ਕੀਤਾ। ਉਹ ਕਹਿੰਦੇ ਸਾਡੀ ਗੱਲ ਹੋਈ, ਉਹ ਕਹਿੰਦੇ ਤੁਸੀਂ ਨਿੱਜੀ ਤੌਰ ਤੇ ਜ਼ਰੂਰ ਕਿਹਾ ਕਿ ਜੇ ਕਿਤੇ ਸੰਯੁਕਤ ਮੋਰਚਾ ਪਹਿਲਾਂ ਕਹਿੰਦਾ ਤਾਂ ਕਦੇ ਵੀ ਨਾ ਜਾਂਦੇ ਉਹ। ਚਲੋ ਇਹ ਮੰਨ ਲੈਣਾ ਵੀ ਇਹ ਹੋਏਗੀ ਨਾ ਗੱਲ, ਇੰਨੀ ਕੁ ਤਾਂ ਹੋਈ ਹੈ ਨਾ ਵੀ ਗੱਲ ਉੱਥੇ ਹੋਈ ਹੈ। ਚਲੋ ਫਿਰ ਵੀ ਉਹ ਜੇ ਚਲੇ ਗਏ ਨੇ ਤੇ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਕਿ ਅਸੀਂ ਜਿਹੜੀ ਗਲਤੀ ਹੈ ਇਹ ਮਤਲਬ ਆਪਦੀ ਨੂੰ ਸੁਧਾਰਾਂਗੇ, ਨਹੀਂ ਐਸਾ ਅੱਗੇ ਤੋਂ ਨਹੀਂ ਕਰਾਂਗੇ। ਤੋਂ ਉਹ ਜਿਹੜਾ ਕੱਲ ਸਸਪੈਂਡ ਹੋਏ ਸੀਗੇ ਅੱਜ ਉਹ ਮਤਲਬ ਬਹਾਲ ਕਰ ਦਿੱਤੇ ਗਏ ਨੇ। ਇੱਕ ਸਵਾਲ ਹੈ ਕਿ ਜੇ ਜਿਹੜੀਆਂ ਭਾਜਪਾ ਤੋਂ ਬਗੈਰ ਸਾਰੀਆਂ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋ ਕੇ ਕੁਝ ਗੱਲ ਕਰਦੀਆਂ ਨੇ ਤਾਂ ਤੁਹਾਨੂੰ ਲੱਗਦਾ ਨਹੀਂ ਕਿ ਉਹਦੇ ਨਾਲ ਸਰਕਾਰ ਤੇ ਪ੍ਰੈਸ਼ਰ ਪੈਂਦਾ? ਜਦੋਂ ਜਿਹੜੀਆਂ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਜੇ 35% ਨਾਲ ਜਿੱਤਦੇ ਆ ਤਾਂ 65% ਦੂਜੇ ਪਾਸੇ ਵੀ ਵਿਰੋਧੀ ਪਾਰਟੀਆਂ ਵੀ ਇਕਜੁੱਟ ਹੁੰਦੀਆਂ ਨੇ ਤਾਂ ਉਹਦੇ ਨਾਲ ਵੀ ਤਾਂ ਅਸਰ ਪੈਂਦਾ। ਦੇਖੋ ਇਹ ਕਹਿਣ ਦੀਆਂ ਗੱਲਾਂ ਕੁਝ ਹੋਰ ਹੁੰਦੀਆਂ, ਕਰਨ ਦੀਆਂ ਗੱਲਾਂ ਕੁਝ ਹੋਰ ਹੁੰਦੀਆਂ। ਮੈਂ ਬੇਨਤੀ ਕਰਦਾ ਕਿ ਇਹ ਅੰਦੋਲਨ ਚੱਲਦੇ ਨੂੰ ਕਿੰਨਾ ਚਿਰ ਹੋ ਗਿਆ ਜੀ? ਇਹਨਾਂ ਪੋਲੀਟੀਕਲ ਲੋਕਾਂ ਨੂੰ ਕਿਸਾਨਾਂ ਦੇ ਇਸ ਅੰਦੋਲਨ ਦੇ ਵਿੱਚ ਪਤਾ ਨਹੀਂ ਲੱਗਿਆ? ਇਹਨਾਂ ਦੇ ਵਿੱਚੋਂ ਕੁਝ ਤਾਂ ਉਹ ਲੋਕ ਵੀ ਨੇ ਜਿਨ੍ਹਾਂ ਨੇ ਇਹਨਾਂ ਕਾਨੂੰਨਾਂ ਦਾ, ਇਹਨਾਂ ਬਿੱਲਾਂ ਦਾ ਸਮਰਥਨ ਕੀਤਾ ਹੋਵੇ। ਹੋ ਸਕਦਾ ਕੋਈ ਉਹ ਵੀ ਬੈਠੇ ਹੋਣ ਵਿੱਚ। ਤੋਂ ਮੈਂ ਸਮਝੂੰਗਾ ਕਿ ਇਹਨਾਂ ਦੇ ਜੇਕਰ ਹੁਣ ਮੰਨ ਲਓ ਕਾਂਗਰਸ ਵਾਲਿਆਂ ਦੀ ਗੱਲ ਲੈ ਲਓ ਤੁਸੀਂ, ਵੀ ਕਾਂਗਰਸ ਵੱਡੀ ਪੱਧਰ ਤੇ ਆਊਗੀ ਇਹ 'ਚ ਤੇ ਕਾਨੂੰਨ ਆਏ ਕਿੱਥੋਂ ਨੇ? ਇਹ ਗੈਟ 'ਚੋਂ ਨਿਕਲ ਕੇ ਆਏ ਨੇ। ਤੇ ਗੈਟ ਕਿੱਥੋਂ ਆਇਆ ਹੈ? ਗੈਟ ਦੇ ਉੱਤੇ ਸਾਈਨ ਕੀਤੇ ਨੇ ਤਾਂ ਨਰਸਿਮਹਾ ਰਾਓ ਜੀ ਨੇ ਕੀਤੇ ਨੇ, ਕਾਂਗਰਸ ਦੀ ਸਰਕਾਰ ਨੇ ਕੀਤੇ ਨੇ। ਇਹ ਦੇਣ ਹੀ ਉਹਨਾਂ ਦੀ ਹੈ, ਇਹ ਉਹਨਾਂ ਦੀ ਪਾਰਟੀਆਂ ਜ਼ਿੰਮੇਵਾਰ ਨੇ ਸਾਰੀਆਂ, ਚਾਹੇ 100% ਸਾਰੀਆਂ ਪੋਲੀਟੀਕਲ ਪਾਰਟੀਆਂ ਇਹਦੀਆਂ ਜ਼ਿੰਮੇਵਾਰ ਨੇ। ਔਰ ਕੋਈ ਵੀ ਪੋਲੀਟੀਕਲ ਪਾਰਟੀ ਇਹ ਨਹੀਂ ਚਾਹੁੰਦੀ ਕਿ ਕਿਸਾਨਾਂ ਦਾ ਮੋਰਚਾ ਫਤਿਹ ਹੋਵੇ। ਇਸ ਕਰਕੇ ਤੁਸੀਂ ਦੂਰੀ ਰੱਖਦੇ ਹੋ, ਹੁਣ ਵੀ ਦੂਰੀ ਰੱਖੋਗੇ? ਦੂਰੀ ਰੱਖਾਂਗੇ, 100% ਦੂਰੀ ਰੱਖਾਂਗੇ, ਚਾਹੇ ਕੁਝ ਵੀ ਹੋਵੇ। ਮਤਲਬ ਬੜਾ ਸਖਤੀ ਨਾਲ ਸਾਡਾ ਕਿ ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਮਤਲਬ ਆਪਦੀ ਸਟੇਜ ਤੇ ਨਹੀਂ ਆਉਣ ਦਿਆਂਗੇ। ਜਿਹੜੀਆਂ ਖਬਰਾਂ ਲੱਗ ਗਈਆਂ, ਇੰਨਾ ਵੱਡਾ ਉਹਨਾਂ ਦੀ ਇਮੇਜ ਤੇ ਵੀ ਫਰਕ ਪਿਆ ਕਿ 10 ਕਰੋੜ ਲੈ ਲਿਆ ਜੀ, ਡੀਲ ਹੋ ਗਈ ਜੀ, ਐਮਐਲਏ ਦੀ ਟਿਕਟ ਮਿਲ ਜਾਣੀ ਆ, ਕੁਮਾਰੀ ਸ਼ੈਲਜਾ ਆ ਗਈ, ਸੁਰਜੇ ਵਾਲਾ ਆ ਗਏ, ਹੋਰ ਆ ਗਏ, ਇਹ ਬਹੁਤ ਕੁਝ ਹੋਇਆ। ਕੌਣ ਜ਼ਿੰਮੇਵਾਰ ਹੈ ਇਸ ਦੇ ਲਈ? ਦੇਖੋ ਯਾਰ, ਇਹ ਤਾਂ ਜਿਹੜੀਆਂ ਖਬਰਾਂ ਲੱਗੀਆਂ ਨੇ, ਕਿਉਂ ਲੱਗੀਆਂ, ਕਿਵੇਂ ਲੱਗੀਆਂ, ਇਹ ਤੇ ਮੇਰੇ ਬੰਨਿਓ ਤਾਂ ਕੋਈ ਖਬਰ ਲੱਗੀ ਨਹੀਂ। ਮੈਂ ਤਾਂ ਕਿਸੇ ਦੇ ਬਾਰੇ ਕੁਝ ਕਹਿੰਦਾ ਨਹੀਂ। ਸ਼ਿਵ ਕੁਮਾਰ ਕੱਕਾ ਜੀ ਦੇ ਨੋਟ ਤੇ, ਸ਼ਿਵ ਕੁਮਾਰ ਕੱਕਾ ਜੀ ਜਵਾਬ ਦੇ ਸਕਦੇ ਨੇ, ਮੈਂ ਨਹੀਂ ਜਵਾਬ ਦੇ ਸਕਦਾ। ਗੁਰਨਾਮ ਸਿੰਘ ਚੜੂਨੀ ਨੇ ਵੀ ਮੰਗ ਕੀਤੀ ਸੀ ਕਿ ਉਹਨਾਂ ਤੇ ਵੀ ਕਾਰਵਾਈ ਹੋਵੇ ਜੇ ਉਹ ਪ੍ਰੈਸ 'ਚ ਆਏ ਨੇ। ਮੈਂ ਇਹ ਬੇਨਤੀ ਕਰਦਾ ਹਾਂ, ਇਹ ਸ਼ਿਵ ਕੁਮਾਰ ਕੱਕਾ ਦੇ ਸੰਬੰਧ 'ਚ ਅਗਰ ਗੁਰਨਾਮ ਸਿੰਘ ਨੂੰ ਕੋਈ ਇਤਰਾਜ਼ ਆਏ ਤੇ ਉਹ ਵੀ ਸੰਯੁਕਤ ਕਿਸਾਨ ਮੋਰਚੇ 'ਚ ਆ ਕੇ ਆਪਦਾ ਇਤਰਾਜ਼ ਦੱਸੇ, ਉਹਦੇ ਤੇ ਵੀ ਗੱਲ ਹੋ ਜੂਗੀ, ਉਹ 'ਚ ਗੱਲ ਕਰ ਲਾਂਗੇ। ਹੁਣ ਸੌਟ ਆਊਟ ਹੋ ਗਿਆ? हाँ, सॉर्ट आउट हो गया। ठीक है, अब संयुक्त मोर्चा इकट्ठा है, संयुक्त मोर्चा एकजुट और एकजुट होकर चलेगा। कल दी मीटिंग च फिर कुछ ना कुछ कट के ले आऊंगे। देखो ਉਹ ਤਾਂ ਫਿਰ ਸਰਕਾਰ ਨਾਲ ਮੀਟਿੰਗ ਹੋਣੀ ਹੈ, ਸਰਕਾਰ ਦੇਖਦੇ मीटिंग ਦੇ ਵਿੱਚੋਂ ਕੀ ਕਰਦੀ ਹੈ। ਔਰ ਮੈਨੂੰ ਐ ਲੱਗਦਾ ਕਿ
26 ਦਾ ਜਿਹੜਾ ਪ੍ਰੈਸ਼ਰ ਹੈ ਉਹ ਸਰਕਾਰ ਦੇ ਉੱਤੇ ਪੂਰੀ ਤਰ੍ਹਾਂ ਬਣਿਆ ਹੋਇਆ ਹੈ। ਸਰਕਾਰ ਤਰ੍ਹਾਂ ਤਰ੍ਹਾਂ ਦੇ ਮਤਲਬ ਜਦੋਂ ਥੱਕਿਆ ਵਾ ਭਲਵਾਨ ਹਰੇਕ ਤਰੀਕਾ ਹੱਥ ਕੰਡੇ ਵਰਤਦਾ ਉਹ ਵਰਤ ਰਹੀ ਹੈ, ਲੇਕਿਨ ਅਖੀਰ ਨੂੰ ਮਤਲਬ ਸਰਕਾਰ ਨੂੰ ਸਾਡੀ ਇਸ ਅੰਦੋਲਨ ਦੇ ਸਾਹਮਣੇ ਝੁਕਣਾ ਪੈਣਾ, ਅੱਜ ਨਹੀਂ ਤਾਂ ਕੱਲ ਝੁਕਣਾ ਪੈਣਾ। ਇਹ ਮੈਂ ਸਪਸ਼ਟ ਕਰ ਦਿਆਂ ਕਿ ਅੰਦੋਲਨ ਲੰਬਾ ਚੱਲ ਸਕਦਾ ਹੈ, ਇਹ ਅੰਦੋਲਨ ਲੰਬਾ ਚੱਲ ਸਕਦਾ ਹੈ। ਅੰਤ ਨਹੀਂ 26 ਇਸ ਅੰਦੋਲਨ ਦਾ ਅੰਤ ਨਹੀਂ ਹੈ। 26 ਤੇ ਇੱਕ ਅੰਦੋਲਨ ਦੀ ਮੂਵਮੈਂਟ ਹੈ, ਇੱਕ ਅੰਦੋਲਨ ਦੀ ਮੂਵਮੈਂਟ ਹੈ, ਨਾ ਕਿ ਇਹਨੂੰ ਇਹ ਕਿਹਾ ਜਾਵੇ, ਇਹ ਮੰਨਿਆ ਜਾਵੇ ਵੀ ਇੱਥੇ ਪਤਾ ਨਹੀਂ ਸਾਰਾ ਕੁਝ ਕੀ ਹੋ ਜਾਣਾ, ਸਾਰਾ ਕੁਝ 26 ਨੂੰ ਹੋ ਜਾਣਾ। ਇਹ ਅੰਦੋਲਨ ਮੈਂ ਬਹੁਤ ਵਾਰੀ ਆਪ ਜੀ ਦੇ ਮਾਧਿਅਮ ਦੇ ਰਾਹੀਂ ਵੀ ਇਹ ਸਪਸ਼ਟ ਕੀਤਾ ਕਿ ਇਹ ਅੰਦੋਲਨ ਲਗਾਤਾਰ ਚੱਲਣਾ ਹੈ ਔਰ ਉਨੀ ਦੇਰ ਤੱਕ ਚੱਲਣਾ ਜਿੰਨਾ ਚਿਰ ਇਹਨਾਂ ਕਾਨੂੰਨਾਂ ਦਾ ਸਮਾਧਾਨ ਮਸਲੇ ਦਾ ਹੱਲ ਨਹੀਂ ਹੁੰਦਾ। ਕੇਂਦਰੀ ਖੇਤੀਬਾੜੀ ਰਾਜ ਮੰਤਰੀ ਨੇ ਕੈਲਾਸ਼ ਚੌਧਰੀ, ਉਹਨਾਂ ਦਾ ਬਿਆਨ ਆਇਆ, ਕਹਿੰਦੇ ਕਾਮਰੇਡ ਨੇ ਜਿਹੜੇ ਵਿੱਚ ਕਮਿਊਨਿਸਟ, ਉਹਨਾਂ ਨੂੰ ਕੱਢ ਦਿਓ, ਅੱਜ ਹੀ ਫੈਸਲਾ ਹੋ ਜਾਊਗਾ। ਯਾਰ ਕਮਿਊਨਿਸਟ ਇਹਨਾਂ ਦੇ ਚੁੰਡੀਆਂ ਵੜਦੇ ਆ, ਮੈਂ ਤਾਂ ਹੈਰਾਨ ਆ ਇਹਨਾਂ ਦੀ ਗੱਲ ਤੋਂ ਵੀ ਕਾਮਰੇਡ ਕੱਢ ਦਿਓ। ਇਹ ਸਿਰਫ ਇੱਕ ਇਹੋ ਜਿਹੀਆਂ ਗੱਲਾਂ ਕਰਕੇ ਵੀ ਇਹਨਾਂ ਨੂੰ ਕੱਢ ਦਿਓ ਵਿੱਚੋਂ, ਇਹ ਤਾਂ ਅੰਦੋਲਨ ਨੂੰ ਖਰਾਬ ਕਰਨ ਵਾਲੀ ਗੱਲ ਹੈ ਔਰ ਬਹੁਤ ਮਾੜੀ ਗੱਲ ਹੈ ਜੀ। ਇਹੋ ਜਿਹੀਆਂ ਗੱਲਾਂ ਸੋਚਦੇ ਨੇ ਇਹ ਲੋਕ, ਇਹਨਾਂ ਨੂੰ ਕੁਛ ਨਾ ਕੁਛ ਬੁੱਧੀ ਤੋਂ ਕੰਮ ਲੈਣਾ ਚਾਹੀਦਾ, ਇਹ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਕਾਮਰੇਡ ਕੀ ਕਹਿੰਦੇ ਇਹਨਾਂ ਨੂੰ? ਕਾਮਰੇਡ ਵੀ ਤਾਂ ਮਤਲਬ ਜਥੇਬੰਦੀਆਂ ਨਾ, ਉਹਨਾਂ ਦੇ ਕੋਲ ਨਾਲ ਵੀ ਤਾਂ ਕਿਸਾਨ ਹੈਗੇ ਨਾ, ਕਿ ਉਹਨਾਂ ਦੇ ਕਿਸਾਨ ਆ ਜਿਹੜੇ ਜ਼ਮੀਨ ਉਹਨਾਂ ਕਿਸਾਨਾਂ ਦੀ ਵੀ ਤਾਂ ਜਾਣੀ ਉਹ ਮੰਨਣ ਨਹੀਂ ਦਿੰਦੇ ਹੈਗੇ, ਬਾਕੀ ਕਿਸਾਨ ਜਥੇਬੰਦੀਆਂ ਦੇ ਆਗੂ ਮੰਨਦੇ ਨੇ। ਨਹੀਂ ਇਹ ਨਹੀਂ, ਉਹਨਾਂ ਨੂੰ ਇਹ ਪੁੱਛੋ ਵੀ ਮੈਂ ਮੰਨ ਗਿਆ, ਮੈਂ ਕਾਮਰੇਡ ਨਹੀਂਗਾ, ਮੇਰਾ ਕੋਈ ਕਾਮਰੇਡ ਨਾਲ ਸੰਬੰਧ ਨਹੀਂਗਾ, ਜਾਂ ਮੈਨੂੰ ਮਨਾ ਲੈਣ ਇਕੱਲੇ ਨੂੰ, ਲੈ ਦੇ ਦੇਣਗੇ ਮਤਲਬ ਜਿਹੜਾ ਕੋਈ ਦਿੰਦੇ ਆ। ਠੀਕ ਹੈ, ਸੋ ਇਹ ਗਲਤ ਆ ਗੱਲਾਂ। ਮਤਲਬ ਸਿੰਘ ਤੋਮਰ ਦਾ ਲਾਸਟ ਸਵਾਲ ਹੈ, ਬਿਆਨ ਆਇਆ, ਕਹਿੰਦੇ ਮਦਾਂ ਤੇ ਚਰਚਾ ਕਰਨੀ ਆ ਜਾਣ ਕਿਸਾਨ ਜਥੇਬੰਦੀਆਂ, ਜਾਂ ਕੋਈ ਹੋਰ ਮੰਗ ਹੈਗੀ ਉਹ ਵੀ ਦੱਸ ਦੇਣ, ਪਰ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਅਸੀਂ ਨਹੀਂ ਮੰਨਣੀ। ਦੇਖੋ ਹੋਏਗਾ ਤਾਂ ਇਹੀ ਹੋਏਗਾ, ਅਖੀਰ ਨੂੰ ਹੋਣਾ ਤਾਂ ਇਹੀ ਹੈ, ਪਰ ਸਰਕਾਰ ਮਾਰੀ ਜਾਂਦੇ ਜਿੰਨੇ ਦਬਕੇ ਮਾਰਦੀ ਹੈ। ਅਸੀਂ ਉਹਨਾਂ ਦੀ ਸਰਕਾਰ ਦੀ ਹਰ ਚਾਲ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ ਤਾਂ ਕਿ ਸਰਕਾਰ ਕੱਲ ਨੂੰ ਕਿਸਾਨਾਂ ਨੂੰ ਬਦਨਾਮ ਨਾ ਕਰੇ। ਅਸੀਂ ਉਹ ਸਾਰਾ ਕੁਝ ਜਾਣਦੇ ਹੋਏ ਸਮਝਦੇ ਹੋਏ ਅਸੀਂ ਇਹਨਾਂ ਮੀਟਿੰਗਾਂ 'ਚ ਜਾਂਦੇ ਹਾਂ। ਸਾਨੂੰ ਪਤਾ ਹੁੰਦਾ ਵੀ ਮੀਟਿੰਗਾਂ ਦੇ ਵਿੱਚੋਂ ਕਿੰਨਾ ਕੁਝ ਨਿਕਲਣਾ, ਕਿੱਥੇ ਕੀ ਨਿਕਲਣਾ ਹੈ, ਲੇਕਿਨ ਸਰਕਾਰ ਨੂੰ ਕਿਸੇ ਪਾਸੇ ਭੱਜਣ ਨਹੀਂ ਦਿਆਂਗੇ। ਅਖੀਰ ਨੂੰ ਮਤਲਬ ਸਰਕਾਰ ਨੂੰ ਮੰਨਣਾ ਪੈਣਾ। ਜਾਓਗੇ 26 ਜਨਵਰੀ? ਹਾਂ ਜਾਵਾਂਗੇ 26 ਜਨਵਰੀ। ਜੇ ਰੋਕਿਆ ਫੇਰ? ਯਾਰ ਰੋਕੇਗੀ ਤਾਂ ਰੋਕਣ ਦਿਓ, ਫਿਰ ਜਿਹੜਾ ਕੁਝ ਹੋਊਗਾ ਵੇਖਾਂਗੇ ਮੌਕੇ ਦੇ ਮੁਤਾਬਕ। ਬਹੁਤ ਧੰਨਵਾਦ। ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ, ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕਲੀਅਰ ਕੀਤੀਆਂ। ਗੁਰਨਾਮ ਸਿੰਘ ਚੜੂਨੀ ਨੂੰ ਲੈ ਕੇ ਕਲੀਅਰੈਂਸ ਦਿੱਤੀ ਕਿ ਗੁਰਨਾਮ ਸਿੰਘ ਚੜੂਨੀ ਨੇ ਵੀ ਮੰਨ ਲਿਆ ਕਿ ਗਲਤੀ ਉਹਨਾਂ ਤੋਂ ਵੀ ਹੋਈ ਹੈ, ਪਰ ਉਹਨਾਂ ਨੂੰ ਹੁਣ ਵਾਪਸ ਲੈ ਲਿਆ ਗਿਆ ਏ। ਅਸੀਂ ਪੁੱਛਿਆ ਕਿ ਕੀ ਜਲਦਬਾਜ਼ੀ ਹੋਈ, ਉਹ ਕਹਿੰਦੇ ਨਹੀਂ, ਫੈਸਲਾ ਸਾਰਿਆਂ ਦਾ ਸੀਗਾ, ਪਰ ਪ੍ਰੈਸ਼ਰ ਬਹੁਤ ਪਿਆ। ਸੋਸ਼ਲ ਮੀਡੀਆ ਤੇ ਵੀ ਬਹੁਤ ਲੋਕਾਂ ਨੇ ਕਿਹਾ ਕਿ ਗੁਰਨਾਮ ਸਿੰਘ ਚੜੂਨੀ ਉਹੀ ਨੇ ਜਿਨ੍ਹਾਂ ਨੇ ਹਰਿਆਣਾ ਦੇ ਵਿੱਚ ਬੈਰੀਗੇਡ ਤੋੜ ਕੇ ਸਭ ਤੋਂ ਪਹਿਲਾਂ ਦਿੱਲੀ ਪਹੁੰਚੇ ਸੀਗੇ। ਤਾਂ ਇਸ ਤੋਂ ਬਿਨਾਂ ਕੱਲ ਨੂੰ ਫਿਰ ਮੀਟਿੰਗ ਹੋਣੀ ਹੈ, ਉਸ ਮੀਟਿੰਗ ਦੇ ਵਿੱਚ ਕੀ ਕੁਝ ਹੁੰਦਾ ਹੈ ਵੀ ਦੇਖਣਾ ਹੋਏਗਾ। ਪਰ ਵਾਰ-ਵਾਰ ਖੇਤੀ ਮੰਤਰੀ ਕਹਿ ਰਹੇ ਨੇ ਕਿ ਮਦਾਂ ਤੇ ਚਰਚਾ ਕਰ ਲਓ, ਖੇਤੀ ਕਾਨੂੰਨ ਰੱਦ ਨਹੀਂ ਹੋਣੇ, ਤਾਂ ਕੀ ਕੁਝ ਹੁੰਦਾ ਹੈ ਦੇਖਣਾ ਹੋਏਗਾ। ਕੈਮਰਾਮੈਨ ਦਰਸ਼ਨ ਦਰਸ਼ੀ ਦੇ ਨਾਲ ਰਣਬੀਰ ਸਿੰਘ ਰਾਣਾ।